ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਖੰਡੀ ਲੋਕਾਂ ਦਾ ਪਖੰਡ ਇੱਕ ਦਿਨ ਸਭ ਦੇ ਸਾਹਮਣੇ ਜਗ ਜ਼ਾਹਰ ਹੋ ਹੀ ਜਾਂਦਾ ਹੈ। ਠੀਕ ਉसी ਪ੍ਰਕਾਰ ਸੱਚ ਸਾਹਮਣੇ ਆ ਕੇ ਹੀ ਰਹਿੰਦਾ ਹੈ ਅਤੇ ਅਸਲੀ ਤੇ ਨਕਲੀ ਦਾ ਭੇਦ ਲੋਕਾਂ ਨੂੰ ਪਤਾ ਹੀ ਚੱਲ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪੰਥ ਉੱਤੇ ਸ਼ਰਧਾ ਰੱਖਣ ਵਾਲਾ ਇੱਕ ਧਨਾਢੇ ਵਪਾਰੀ ਮੱਖਣ ਸ਼ਾਹ, ਜਿਸ ਦਾ ਦੇਸ਼ ਵਿਦੇਸ਼ ਵਿੱਚ ਮਾਲ ਆਯਾਤ ਨਿਰਯਾਤ ਹੁੰਦਾ ਸੀ, ਇੱਕ ਵਾਰ ਇੱਕ ਜਹਾਜ਼ ਵਿੱਚ ਉਸ ਦਾ ਮਾਲ ਲੱਦਾ ਹੋਇਆ ਸੀ। ਸਮੁੰਦਰੀ ਤੂਫਾਨ ਦੇ ਕਾਰਨ ਜਹਾਜ਼ ਰਸਤਾ ਭਟਕ ਕੇ ਚਟਾਨਾਂ ਵਿੱਚ ਫਸ ਗਿਆ। ਤੂਫਾਨ ਰੁਕਣ ਉੱਤੇ ਜਹਾਜ਼ ਰੇਤ ਵਿੱਚ ਫਸ ਰਿਹਾ ਸੀ। ਜਹਾਜ਼ ਵਿੱਚ ਮਾਲ ਦੇ ਕਾਰਨ ਭਾਰ ਵੀ ਬਹੁਤ ਸੀ। ਹੁਣ ਉਹ ਕਿਸੇ ਢੰਗ ਵੱਲੋਂ ਵੀ ਫਿਰ ਸਮੁੰਦਰ ਵਿੱਚ ਤੈਰਨ ਦੀ ਹਾਲਤ ਵਿੱਚ ਨਹੀਂ ਸੀ। ਸਾਰੇ ਕਰਮਚਾਰੀਆਂ ਅਤੇ ਮਲਾਹਾਂ ਨੇ ਆਪਣੇ ਸਾਰੇ ਯਤਨ ਕਰਕੇ ਵੇਖ ਲਏ ਅਤੇ ਉਹ ਥੱਕ ਹਾਰ ਕੇ ਬੈਠ ਗਏ। ਇਸ ਉੱਤੇ ਮੱਖਣ ਸ਼ਾਹ ਨੇ ਸਬਰ ਨਹੀਂ ਛੱਡਿਆ। ਉਸਨੇ ਸਾਰਿਆਂ ਵੱਲੋਂ ਕਿਹਾ, ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਮੈਨੂੰ ਪੂਰੀ ਆਸ ਹੈ ਕਿ ਭਗਵਾਨ ਸਾਡੀ ਸਹਾਇਤਾ ਜ਼ਰੂਰ ਕਰਨਗੇ। ਤੇ ਉਸਨੇ ਸਾਰਿਆਂ ਨੂੰ ਅਰਦਾਸ ਵਿੱਚ ਜੋੜ ਕੇ ਗੁਰੂ ਚਰਨਾਂ ਵਿੱਚ ਵੰਦਨਾ ਕੀਤੀ। ਹੇ ਗੁਰਦੇਵ, ਮੇਰੇ ਇਸ ਜਹਾਜ਼ ਨੂੰ ਜਿਵੇਂ ਤਿਵੇਂ ਫਿਰ ਵੱਲੋਂ ਪਾਣੀ ਵਿੱਚ ਉਤਾਰ ਦਿਓ। ਮੈਂ ਮੁਨਾਫਾ ਹੋਣ ਉੱਤੇ ਦਸ਼ਮੇਸ਼ ਪਾਤਸ਼ਾਹ ਦੀ ਰਾਸ਼ੀ ਯਾਨੀ 10ਵਾਂ ਭਾਗ ਲੈ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵਾਂਗਾ। ਅਰਦਾਸ ਖਤਮ ਹੋਣ ਉੱਤੇ ਸਾਰਿਆਂ ਨੇ ਫਿਰ ਵੱਲੋਂ ਜਹਾਜ਼ ਨੂੰ ਸਮੁੰਦਰ ਵਿੱਚ ਉਤਾਰਨ ਦੇ ਯਤਨ ਕੀਤੇ, ਜੋ ਕਿ ਇਸ ਵਾਰ ਸਫਲ ਸਿੱਧ ਹੋਏ। ਸਾਰੇ ਹੈਰਾਨੀ ਵਿੱਚ ਸਨ ਕਿ ਇਸ ਵਾਰ ਸਹਿਜ ਵਿੱਚ ਹੀ ਜਹਾਜ਼ ਪਾਣੀ ਵਿੱਚ ਉਤਰ ਗਿਆ ਸੀ। ਕਾਰਜ ਖਤਮ ਹੋਣ ਉੱਤੇ ਮੱਖਣ ਸ਼ਾਹ ਮੁਨਾਫੇ ਦਾ ਦਸਮਾਸ਼ ਲੈ ਕੇ ਦਿੱਲੀ ਆਇਆ ਅਤੇ ਉਸਨੇ ਉੱਥੇ ਪਤਾ ਕੀਤਾ ਕਿ 8ਵੇਂ ਗੁਰੂ ਸ਼੍ਰੀ ਹਰਕ੍ਰਿਸ਼ਨ ਜੀ ਦਾ ਦੇਹਾਵਸਨ ਜੋਤੀ ਵਿਲੀਨ ਹੋ ਚੁੱਕਿਆ ਹੈ। ਹੁਣ ਉਹਨਾਂ ਦੇ ਸਥਾਨ ਉੱਤੇ 9ਵੇਂ ਗੁਰੂ ਬਕਾਲਾ ਗ੍ਰਾਮ ਵਿੱਚ ਹਨ। ਉਹ ਆਪਣੇ ਕਰਮਚਾਰੀਆਂ ਸਹਿਤ ਬਕਾਲਾ ਅੱਪੜਿਆ। ਉੱਥੇ ਉਸਨੂੰ ਬਹੁਤ ਵਿਚਿੱਤਰ ਹਾਲਤ ਦਾ ਸਾਹਮਣਾ ਕਰਨਾ ਪਿਆ। ਚਾਰੇ ਪਾਸੇ ਦੰਬੀ ਗੁਰੂਆਂ ਦੀ ਭਰਮਾਰ ਸੀ, ਜੋ ਉਹਨਾਂ ਦੇ ਮਸੰਦ ਸ਼ਾਹੂਕਾਰ ਭਗਤ ਜਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ। ਮੱਖਣ ਸ਼ਾਹ ਉਲਝਣ ਵਿੱਚ ਪੈ ਗਿਆ। ਅਨੇਕਾਂ ਗੁਰੂਆਂ ਨੂੰ ਵੇਖ ਕੇ ਉਸਦਾ ਦਿਮਾਗ ਚਕਰਾਉਣ ਲੱਗਾ। ਮੱਖਣ ਸ਼ਾਹ ਉਹਨਾਂ ਦੀ ਸਵਾਰਥ, ਸ਼੍ਰੇਸ਼ਠਤਾ ਅਤੇ ਖਿੱਚੋ ਤਾਣ ਦੀਆਂ ਗੱਲਾਂ ਨੂੰ ਇਸ ਕੰਨ ਸੁਣਦਾ ਅਤੇ ਉਸ ਕੰਨ ਕੱਢ ਦਿੰਦਾ। ਉਹ ਆਪਣੇ ਮਨ ਵਿੱਚ ਸੋਚਦਾ, ਇਹ ਸਾਰੇ ਤਾਂ ਮੰਗਤੇ ਹਨ, ਗੁਰੂ ਦਾ ਦਾਤਾ ਹੁੰਦਾ ਹੈ। ਉਹ ਕਦੇ ਕਿਸ ਦੇ ਅੱਗੇ ਹੱਥ ਨਹੀਂ ਫੈਲਾਉਂਦਾ ਅਤੇ ਨਾ ਹੀ ਕਿਸੇ ਨਵਾਕਿਫ ਦੇ ਸਾਹਮਣੇ ਹੱਥ ਜਤਾਉਂਦਾ ਹੈ। ਜੇਕਰ ਮੇਰਾ ਦਸਮਾਸ ਉਪਯੁਕਤ ਮਹਾਂਪੁਰਖ ਦੇ ਕੋਲ ਨਹੀਂ ਅੱਪੜਿਆ ਤਾਂ ਇਸ ਤੋਂ ਵੱਡੀ ਮੇਰੀ ਬੇਸਮਝੀ ਹੋਰ ਕੀ ਹੋਵੇਗੀ। ਮੱਖਣ ਸ਼ਾਹ ਇਸ ਉਧੇੜ-ਬੁੜਨ ਵਿੱਚ ਸੀ ਕਿ ਉਸਨੇ ਇੱਕ ਜੁਗਤੀ ਵੱਲੋਂ ਕੰਮ ਲੈਣ ਦਾ ਮਨ ਬਣਾਇਆ, ਜਿਸ ਦੇ ਨਾਲ ਸੱਚੇ ਗੁਰੂ ਦੇ ਕੋਲ ਅੱਪੜਿਆ ਜਾ ਸਕੇ। ਉਸਨੇ ਅਸਲੀ ਗੁਰੂ ਜੀ ਨੂੰ ਪਛਾਣਨ ਲਈ ਸਾਰਿਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਉਹ ਹਰ ਇੱਕ ਗੁਰੂ ਦੇ ਅੱਗੇ 2 ਮੋਹਰਾਂ ਭੇਟਾ ਕਰ ਗਿਆ। ਉਸ ਦਾ ਵਿਚਾਰ ਸੀ ਕਿ ਸੱਚੇ ਗੁਰੂ ਜੀ ਉਸਨੂੰ ਸੰਪੂਰਨ ਦਸਮਾਸ਼ ਦੀ ਰਾਸ਼ੀ ਖੁਦ ਹੀ ਮੰਗ ਲੈਣਗੇ ਅਤੇ ਉਸਦੇ ਜਹਾਜ਼ ਦੇ ਫਸਣ ਦੀ ਗੱਲ ਉਸਨੂੰ ਦੱਸਣਗੇ। ਪਰ ਉਸਨੂੰ ਨਿਰਾਸ਼ਾ ਹੋਈ। ਕਿਸੇ ਵੀ ਢੋਂਗੀ ਗੁਰੂ ਦੇ ਉਸ ਤੋਂ ਅਜਿਹਾ ਕੁਝ ਨਹੀਂ ਕਿਹਾ, ਸਗੋਂ ਉਹਨਾਂ ਨੇ ਖੁਸ਼ੀ-ਖੁਸ਼ੀ 2 ਮੋਹਰਾਂ ਸਵੀਕਾਰ ਕਰ ਲਈਆਂ। ਜਦੋਂ ਮੱਖਣ ਸ਼ਾਹ ਵੱਲੋਂ ਬਾਕੀ ਪੈਸੇ ਦਾ ਕਿਸੇ ਤਕਾਜ਼ਾ ਨਹੀਂ ਕੀਤਾ ਤਾਂ ਉਹ ਉੱਥੇ ਲੋਕਾਂ ਵੱਲੋਂ ਪੁੱਛਣ ਲੱਗਾ ਕਿ ਗੁਰੂ ਦੇ ਖਾਨਦਾਨ ਦਾ ਕੋਈ ਹੋਰ ਵੀ ਵਿਅਕਤੀ ਇੱਥੇ ਰਹਿੰਦਾ ਹੈ। ਉਸਨੇ ਬਕਾਲਾ ਨਗਰ ਦੀਆਂ ਗਲੀਆਂ ਵਿੱਚ ਕੁਝ ਬੱਚੇ ਖੇਡਦੇ ਹੋਏ ਪਾਏ। ਤਦ ਉਸਨੇ ਉਹਨਾਂ ਨੂੰ ਇਹੀ ਪ੍ਰਸ਼ਨ ਫਿਰ ਵੱਲੋਂ ਪੁੱਛਿਆ। ਇਸ ਉੱਤੇ ਇੱਕ ਬੱਚੇ ਨੇ ਦੱਸਿਆ ਕਿ ਉੱਥੇ ਤੇਗਾ ਨਾਮ ਵੱਲੋਂ ਪ੍ਰਸਿੱਧ ਗੁਰਵੰਸ਼ ਦਾ ਇੱਕ ਵਿਅਕਤੀ ਰਹਿੰਦਾ ਹੈ, ਪਰ ਉਹ ਕਿਸੇ ਵੱਲੋਂ ਮਿਲਦਾ ਜੁਲਦਾ ਨਹੀਂ। ਮੱਖਣ ਸ਼ਾਹ ਨੇ ਉਸ ਬੱਚੇ ਵੱਲੋਂ ਉਹਨਾਂ ਦੇ ਘਰ ਦਾ ਪਤਾ ਪੁੱਛਿਆ ਅਤੇ ਉੱਥੇ ਜਾ ਅੱਪੜਿਆ। ਮਾਤਾ ਨਾਨਕੀ ਜੀ ਵੱਲੋਂ ਭੇਟ ਹੋਈ। ਉਹਨਾਂ ਨੇ ਦੱਸਿਆ ਉਹ ਗੁਰੂ ਦਾ ਭੋਰੇ ਵਿੱਚ ਭਜਨ ਕਰਨ ਵਿੱਚ ਵਿਅਸਤ ਰਹਿੰਦੇ ਹਨ। ਮੱਖਣ ਸ਼ਾਹ ਉੱਥੇ ਅੱਪੜਿਆ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਸਮਾਧੀ ਵਿੱਚ ਸਨ। ਤਦ ਉਸਨੇ ਪਹਿਲਾਂ ਦੀ ਤਰ੍ਹਾਂ 2 ਮੋਹਰਾਂ ਗੁਰਦੇਵ ਦੇ ਸਨਮੁਖ ਰੱਖ ਕੇ ਮਸਤਕ ਝੁਕਾਇਆ। ਉਦੋਂ ਗੁਰਦੇਵ ਨੇ ਅੱਖਾਂ ਖੋਲੀਆਂ ਤੇ ਮੱਖਣ ਸ਼ਾਹ ਵੱਲੋਂ ਕਿਹਾ, ਤੂੰ ਸਾਡੇ ਮੋਢੇ ਵੱਲੋਂ ਚਾਦਰ ਹਟਾ ਕੇ ਵੇਖ। ਉਸ ਵਿੱਚ ਹੁਣੇ ਵੀ ਘਾਵ ਹਨ, ਜੋ ਤੁਹਾਡੇ ਜਹਾਜ਼ ਨੂੰ ਮੋਢਾ ਲਗਾਉਂਦੇ ਸਮੇਂ ਕਿੱਲਾਂ ਦੁਆਰਾ क्षतिग्रस्त होए हैं।
ਸਾਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਪਰ ਕਿਤੇ ਤੈਨੂੰ ਇਹ ਭੁਲੇਖਾ ਨਾ ਹੋ ਜਾਵੇ ਕਿ ਪੂਰਾ ਗੁਰੂ ਕੋਈ ਹੀ ਨਹੀਂ। ਇਸ ਪ੍ਰਕਾਰ ਮੱਖਣ ਸ਼ਾਹ ਨੂੰ ਇੱਕ ਪੱਕਾ ਪ੍ਰਮਾਣ ਮਿਲ ਗਿਆ ਕਿ ਸੰਕਟ ਦੇ ਸਮੇਂ ਵਿੱਚ ਉਸੀ ਗੁਰੂ ਸਾਹਿਬ ਨੇ ਉਸਦੇ ਜਹਾਜ਼ ਨੂੰ ਕੰਢੇ ਉੱਤੇ ਲਗਾਇਆ ਸੀ ਅਤੇ ਉਹ ਮੋਢੇ ਦਾ ਘਾਵ ਉਸੀ ਦਾ ਸੂਚਕ ਹੈ। ਅਤੇ ਉਸਨੇ ਤੁਰੰਤ ਦਸ਼ਮੰਸ਼ ਦੀ ਪੂਰੀ ਰਕਮ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤੀ। ਗੁਰੂ ਜੀ ਨੇ ਵੀ ਅਸਥਾਵਨ ਸਿੱਖ ਦਾ ਉਪਹਾਰ ਸਵੀਕਾਰ ਕਰਦੇ ਹੋਏ ਕਿਹਾ, ਗੁਰੂ ਗੱਦੀ ਕੋਈ ਮੌਜ ਮੇਲੇ ਦਾ ਸਥਾਨ ਨਹੀਂ, ਇਹ ਤਾਂ ਇੱਕ ਮਹਾਨ ਜ਼ਿੰਮੇਵਾਰੀ ਹੈ। ਇਸ ਉੱਤੇ ਮੱਖਣ ਸ਼ਾਹ ਨੇ ਕਿਹਾ, ਮਹਾਰਾਜ ਜੇਕਰ ਤੁਸੀਂ ਛਿਪੇ ਰਹੋਗੇ ਤਾਂ ਇੱਕ ਸਿੱਖ ਪਟਕ ਪਟਕ ਕੇ ਸ਼ਰਧਾਹੀਨ ਹੋ ਜਾਣਗੇ। ਗੁਰੂ ਵਡਿਆਈ ਘਟ ਜਾਵੇਗੀ ਜਦੋਂ ਤੁਸੀਂ ਮੇਰੇ ਜਿਵੇਂ ਦੀਨਹੀਣ ਦਾ ਜਹਾਜ਼ ਬਿਨਾਂ ਦੱਸੇ ਪਾਰ ਲਗਾ ਦਿੱਤਾ ਹੈ। ਤਾਂ ਹੁਣ ਢੋਂਗੀਆਂ ਦੇ ਹੱਥਾਂ ਡੁੱਬਦੇ ਸਿੱਖ ਸਮੁਦਾਇ ਨੂੰ ਵੀ ਬਚਾਉਣ ਦੀ ਕਿਰਪਾ ਕਰੋ। ਗੁਰੂ ਜੀ ਨੇ ਵੀ ਮਹਿਸੂਸ ਕੀਤਾ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਉਹਨਾਂ ਨੂੰ ਜ਼ਾਹਰ ਹੋਣਾ ਚਾਹੀਦਾ ਹੈ ਅਤੇ ਗੁਰੂ ਆਗਿਆ ਪ੍ਰਾਪਤ ਕਰ ਮੱਖਣ ਸ਼ਾਹ ਨੇ ਉੱਥੋਂ ਉੱਤੇ ਇੱਕ ਉੱਚੇ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਸੰਗਤ ਜੀ ਨੂੰ ਸੁਨੇਹਾ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਅਰਥਾਤ ਪੂਰੇ ਗੁਰੂ ਨੂੰ ਖੋਜ ਲਿਆ ਹੈ। ਜਿਵੇਂ ਹੀ ਇਹ ਸੁਨੇਹਾ ਅਤੇ ਘਟਨਾਤਮਕ ਦਾ ਸੰਗਤ ਨੂੰ ਗਿਆਨ ਹੋਇਆ, ਉਹ ਢੋਂਗੀਆਂ ਦੇ ਚੰਗਲ ਵਿੱਚੋਂ ਨਿਕਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਹਾਜ਼ਰ ਹੋਏ। ਉੱਥੇ ਸੰਗਤ ਨੇ ਸ਼ਰਧਾਵਾਸ ਤੋਹਫਿਆਂ ਦੇ ਢੇਰ ਲਾ ਦਿੱਤੇ। ਸਾਰਾ ਨਗਰ ਗੁਰੂ ਤੇਗ ਬਹਾਦਰ ਜੀ ਦੇ ਜੈ ਜੈਕਾਰ ਵੱਲੋਂ ਗੂੰਜ ਉੱਠਿਆ। ਹੌਲੀ ਹੌਲੀ ਸਭ ਢੋਂਗੀ ਗੁਰੂ ਛੰਟਣੇ ਸ਼ੁਰੂ ਹੋ ਗਏ, ਪਰ ਧੀਰਮਲ ਸਤਵੇਂ ਗੁਰੂ ਦਾ ਇਜੇਸ਼ਟ ਭਰਾ ਇਹ ਸਭ ਵੇਖ ਸੁਣ ਕੇ ਕ੍ਰੋਧ ਵੱਲੋਂ ਪਾਗਲ ਹੋ ਉੱਠਿਆ। ਉਸਨੇ ਆਪਣੇ ਕੁਝ ਲੋਕਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਦੇ ਨਿਵਾਸ ਸਥਾਨ ਉੱਤੇ ਹੱਲਾ ਬੋਲ ਦਿੱਤਾ ਅਤੇ ਜੋ ਪੈਸਾ ਉਪਹਾਰ ਅਤੇ ਭੇਂਟ ਸਵਰੂਪ ਆਇਆ ਸੀ ਉਹਨਾਂ ਨੂੰ ਲੁੱਟ ਕੇ ਲੈ ਗਏ। ਜਾਂਦੇ ਸਮਾਂ ਉਹਨਾਂ ਨੇ ਇੱਕ ਮਸੰਦ ਸ਼ੀਹਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾ ਦਿੱਤੀ, ਜੋ ਗੁਰੂ ਜੀ ਦੇ ਕੰਨ ਉੱਤੇ ਘਾਹ ਬਣਾਉਂਦੀ ਹੋਈ ਨਿਕਲ ਗਈ। ਮੱਖਣ ਸ਼ਾਹ ਦੇ ਡੇਰੇ ਵਿੱਚ ਵੀ ਇੱਕ ਗੋਲੀ ਕਾਂਡ ਦੀਆਂ ਖਬਰਾਂ ਪਹੁੰਚ ਗਈਆਂ। ਬਦਲੇ ਵਿੱਚ ਤੁਰੰਤ ਮੱਖਣ ਸ਼ਾਹ ਨੇ ਨੇਤਰਤਵ ਵਿੱਚ ਸਤਸੰਗੀ ਸਿੱਖਾਂ ਨੇ ਧੀਰਮਲ ਦੇ ਘਰ ਉੱਤੇ ਹਮਲਾ ਕੀਤਾ। ਉਹਨਾਂ ਦਾ ਸਾਰਾ ਮਾਲ ਅਸਥਾਵ ਲੁੱਟ ਲਿਆ, ਜਿਸ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿਆਰ ਕਰਵਾਇਆ ਸੀ, ਉਸੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਬੁਲਬੁਲੇ ਉੱਤੇ ਧੀਰਮਲ ਆਪਣੇ ਆਪ ਨੂੰ ਗੁਰੂਆਂ ਦਾ ਅਸਲੀ ਵਾਰਸ ਕਹਿ ਕੇ ਲੋਕਾਂ ਨੂੰ ਠੱਗ ਰਿਹਾ ਸੀ। ਮੱਖਣ ਸ਼ਾਹ ਦੇ ਕਰਮਚਾਰੀਆਂ ਨੇ ਧੀਰਮਲ ਦੇ ਉਹਨਾਂ ਕਰਮਚਾਰੀਆਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਈ ਸੀ। ਉਹ ਸਾਰੀ ਵਸਤੂਆਂ ਅਤੇ ਵਿਅਕਤੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਪੇਸ਼ ਕੀਤੇ ਗਏ, ਪਰ ਉਹਨਾਂ ਨੇ ਸਾਰਿਆਂ ਨੂੰ ਮਾਫ ਕਰ ਦਿੱਤਾ, ਕਿਉਂਕਿ ਗੁਰੂ ਜੀ ਮਾਫੀ ਨੂੰ ਸਾਰੇ ਪ੍ਰਕਾਰ ਦੇ ਤਪ ਸਾਧਨਾ ਵੱਲੋਂ ਕਿਤੇ ਜ਼ਿਆਦਾ ਕਲਿਆਣਕਾਰੀ ਅਤੇ ਗੁਣਯੁਕਤ ਮੰਨਦੇ ਸਨ। ਇੱਥੇ ਤੱਕ ਕਿ ਉਹ ਲੁੱਟ ਦਾ ਮਾਲ ਵੀ ਸਾਰਾ ਪਰਤਾ ਦਿੱਤਾ।